ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਰਗੇਨਾਈਜ਼ਰਸ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਇਹ ਵਿਚਾਰ ਗੋਸ਼ਟੀ ਰੱਖੀ, ਜਿਸ ਦੇ ਵਿੱਚ ਅਸੀਂ ਆਪਣੇ ਵਿਚਾਰ ਵੀ ਰੱਖ ਸਕਦੇ ਹਾਂ ਅਤੇ ਵਿਚਾਰ ਸੁਣ ਵੀ ਰਹੇ ਹਾਂ। ਨਾਲ ਹੀ 550 ਸਾਲਾ ਗੁਰਪੁਰਬ 'ਤੇ ਮੈਂ ਸਾਰੀ ਸੰਗਤ ਨੂੰ ਵਧਾਈ ਵੀ ਦਿੰਦਾ। ਮੈਂ ਇੱਕ ਇਤਿਹਾਸ ਦਾ ਵਿਦਿਆਰਥੀ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਦੀ ਬਾਣੀ ਨੂੰ ਇਤਿਹਾਸ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੇ ਸਾਨੂੰ ਜਿਹੜੀਆਂ ਸਿੱਖਿਆਵਾਂ ਦਿੱਤੀਆਂ, ਅੱਜ ਆਧੁਨਿਕ ਸਮੇਂ ਦੇ ਵਿੱਚ ਵੀ ਸਾਨੂੰ ਉਹਨਾਂ ਦੀ ਬਾਣੀ ਨੂੰ ਸਮਝਣ ਦੀ ਲੋੜ ਹੈ। ਜੇ ਸ਼ਾਇਦ ਅਸੀਂ ਉਹਨਾਂ ਦੀ ਬਾਣੀ ਨੂੰ ਅੱਜ ਦੇ ਸਮੇਂ ਦੇ ਵਿੱਚ ਜੋ ਕਿ ਸਮੇਂ ਦੇ ਸਮਝ ਲਈਏ, ਉਹ ਜੀਵਨ ਜਾਂਚ ਜਿਹੜੀ ਹੈਗੀ ਉਹਨਾਂ ਨੇ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ, ਜੇ ਉਹ ਜੀਵਨ ਜਾਂਚ ਨੂੰ ਸਿੱਖ ਲਈਏ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਹੈਗੀਆਂ ਨੇ, ਚਾਹੇ ਉਹ ਪਰਿਵਾਰਿਕ ਨੇ, ਚਾਹੇ ਸੰਸਾਰਿਕ ਨੇ, ਚਾਹੇ ਹੋਰ ਨੇ, ਉਹ ਕਾਫੀ ਹੱਦ ਤੱਕ ਆਪਣੇ ਆਪ ਖਤਮ ਹੋ ਜਾਂਦੀਆਂ ਨੇ। ਮੈਂ ਆਪਣੇ ਪੇਪਰ ਥੋੜ੍ਹਾ ਜਿਹਾ ਪੜ੍ਹ ਕੇ ਤੁਹਾਡੇ ਨਾਲ ਸ਼ੇਅਰ ਕਰੂੰਗਾ, ਕਿਉਂਕਿ ਸਮੇਂ ਦੀ ਘਾਟ ਹੈ। ਜੇ ਇੱਦਾਂ ਗੱਲ ਕੀਤੀ ਤਾਂ ਬਹੁਤ ਲੰਬੀ ਹੋ ਜਾਣੀ ਆ। ਗੁਰੂ ਨਾਨਕ ਸਿੱਖ ਮਤ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ਨੇ ਸਿੱਖ ਧਰਮ ਦੀ ਸਿਧਾਂਤਕ ਉਸਾਰੀ, ਦੁਨਿਆਵੀ ਖੇਤਰ ਵਿੱਚ ਅਗਵਾਈ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਮਰਯਾਦਾ ਸਥਾਪਿਤ ਕਰਨ ਵਿੱਚ ਪੰਥ ਦੀ ਰਹਿਨੁਮਾਈ ਕੀਤੀ। ਇਸ ਲਈ ਗੁਰੂ ਸਾਹਿਬ ਦੀ ਬਾਣੀ ਸਰਵ ਵਿਆਪਕਤਾ ਦੇ ਵਿਚਾਰ ਉੱਤੇ ਆਧਾਰਿਤ ਹੈ। ਸਰਵ ਵਿਆਪਕਤਾ ਤੋਂ ਭਾਵ ਇਹ ਹਰ ਦੇਸ਼, ਹਰ ਕੌਮ, ਹਰ ਵਰਗ ਅਤੇ ਹਰ ਵਿਅਕਤੀ ਵਿੱਚ ਏਕਤਾ ਤੋਂ ਹੈ। ਗੁਰੂ ਸਾਹਿਬ ਨੇ 15ਵੀਂ ਸਦੀ ਵਿੱਚ ਆਪਣੇ ਵਿਚਾਰਾਂ ਦੁਆਰਾ ਇੱਕ ਅਜਿਹੀ ਜੋਤ ਨੂੰ ਜਨਮ ਦਿੱਤਾ ਜੋ ਅੱਜ ਪੰਜਾਬ ਦੇ ਹਰੇਕ ਵਾਸੀ ਦੇ ਮਨ ਵਿੱਚ ਜਗਮਗਾ ਰਹੀ ਹੈ, ਅਤੇ ਇਸੇ ਕਾਰਨ ਹੀ ਉਹਨਾਂ ਨੂੰ ਯੁੱਗ ਪੁਰਸ਼ ਆਖਦੇ ਹਨ। ਉਹਨਾਂ ਦੇ ਜੀਵਨ ਫਲਸਫੇ ਵਿੱਚੋਂ ਯੁੱਗ ਪੁਰਸ਼ ਹੋਣ ਦਾ ਪੱਕਾ ਪ੍ਰਮਾਣ ਮਿਲਦਾ ਹੈ। ਗੁਰੂ ਨਾਨਕ ਇੱਕ ਅਜਿਹੇ ਅਧਿਆਤਮਿਕ ਪੁਰਖ ਸਨ ਜੋ ਸਮਕਾਲੀ ਸਮਾਜ ਦੀ ਅਸਲੀਅਤ ਤੇ ਸਥਿਤੀ ਨੂੰ ਮੂਰਤੀਮਾਨ ਕਰਨ ਦੇ ਸਮਰੱਥ ਸਨ ਹੀ, ਪਰ ਉਹਨਾਂ ਅਦ੍ਰਿਸ਼ਟ ਮੰਡਲ ਸੋਝੀ ਰੱਖਣ ਵਾਲੇ ਤੇ ਦ੍ਰਿਵ ਦ੍ਰਿਸ਼ਟੀ ਦੇ ਮਾਲਕ ਵੀ ਸਨ। ਉਹਨਾਂ ਸਾਹਮਣੇ ਕਾਲ ਕਰਮ ਦਾ ਚੱਕਰ ਬਿਅਰਥ ਸੀ ਤੇ ਘਟਨਾਕ੍ਰਮ ਤੇ ਦ੍ਰਿਸ਼ਮਾਂ ਕਰਾਮਾਤ ਅਭੇਦ ਹੋ ਜਾਂਦੇ ਹਨ। ਉਹ ਪੰਜਾਬੀ ਰਾਜ ਸਮਾਜ ਦੇ ਜੀਵਨ ਵਰਤਾਰੇ ਦੇ ਕਾਵਿ ਰਾਹੀਂ ਇਤਿਹਾਸ ਪੇਸ਼ ਕਰਨ ਵਾਲੇ ਪਹਿਲੇ ਨੇਤਾ ਵੀ ਹਨ। ਅਸਲ ਵਿੱਚ ਗੁਰੂ ਨਾਨਕ ਇੱਕ ਮਹਾਨ ਵਿਦਵਾਨ ਕਵੀ ਵੀ ਸਨ। ਪੰਜਾਬੀ ਭਾਸ਼ਾ ਅਤੇ ਸਾਹਿਤ ਉਹਨਾਂ ਦਾ ਸਦਾ ਰਿਣੀ ਰਹੇਗਾ ਕਿ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਨਿਰੋਈ ਤੇ ਜਿਉਂਦੀ ਜਾਗਦੀ ਬਣਾਉਣ ਵਿੱਚ ਆਪਣਾ ਇੱਕ ਵੱਡਮੁੱਲਾ ਹਿੱਸਾ ਪਾਇਆ। ਗੁਰੂ ਸਾਹਿਬ ਦਾ ਮਹਾਨ ਕਾਵ ਮਨੁੱਖ ਨੂੰ ਅਲੌਕਿਕ ਕਾਵ ਰਸ ਪ੍ਰਦਾਨ ਕਰਦਾ ਹੈ। ਉਹ ਕਾਵ ਜੋ ਪੂਰਨਤਾ ਦੀ ਸੀਮਾ ਨੂੰ ਛੂੰਹਦਾ ਹੈ, ਤੇ ਸਭ ਤੋਂ ਵੱਡੀ ਆਨੰਦ ਪ੍ਰਦਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਰਾ ਹੀ ਕਾਵ ਸ਼ਾਸਤਰੀ ਰਾਗ ਦੇ ਅਨੁਕੂਲ ਰਚਿਆ ਗਿਆ। ਰਾਗ ਦਾ ਸੰਬੰਧ ਸਰੋਦੀ ਸੁਰਾਂ ਦੇ ਨਾਲ ਹੀ ਨਹੀਂ, ਇਹ ਤਾਂ ਅੰਤਰਾਤਮਾ ਨੂੰ ਇੱਕ ਵਿਸ਼ੇਸ਼ ਵਾਤਾਵਰਣ ਦੇ ਵਿੱਚ ਵੀ ਡੁਬੋ ਦਿੰਦਾ ਹੈ। ਗੁਰੂ ਸਾਹਿਬ ਇੱਕ ਮਹਾਨ ਚਿੰਤਕ ਵੀ ਸਨ। ਉਹਨਾਂ ਨੂੰ ਸਮਕਾਲੀ ਸਮਾਜ ਦੀ ਅਧੋਗਤੀ ਦੇ ਕਾਰਨਾਂ ਤੇ ਸਮਾਜਿਕ, ਰਾਜਨੀਤਿਕ ਤੇ ਆਰਥਿਕ ਅਸੰਤੁਲਨ ਅਤੇ ਅਧਿਆਤਮਿਕ ਅਗਿਆਨਤਾ ਬਾਰੇ ਪੂਰਨ ਗਿਆਨ ਸੀ। ਉਹਨਾਂ ਨੇ ਸਮਾਜ ਦਾ ਸਰਵਪੱਖੀ ਸੁਧਾਰ ਕਰਨ ਦਾ ਬੀੜਾ ਚੁੱਕਿਆ, ਕਿਉਂਕਿ ਉਹ ਸਮਝਦੇ ਸਨ ਕਿ ਕੇਵਲ ਕਿਸੇ ਇੱਕ ਅੰਗ ਦਾ ਸੁਧਾਰ ਬਹੁਤਾ ਸਾਰਥਕ ਤੇ ਲਾਭਕਾਰੀ ਨਹੀਂ ਹੋ ਸਕਦਾ। ਅਧਿਆਤਮਿਕ ਅਗਿਆਨਤਾ ਦੂਰ ਕਰਨ ਲਈ ਉਹਨਾਂ ਨਾਮ ਜਪਣ ਤੇ ਸ਼ੁਭ ਕਰਮ ਕਰਨ ਤੇ ਜ਼ੋਰ ਦਿੱਤਾ। ਗੁਰੂ ਸਾਹਿਬ ਨੇ ਮਾਨਵੀ ਬਰਾਬਰੀ, ਹਮਦਰਦੀ, ਸਾਂਝੀਵਾਲਤਾ ਤੇ ਹਰ ਇੱਕ ਨੂੰ ਕਿਰਤ ਤੇ ਵੰਡ ਛਕਣ ਦਾ ਨਾਅਰਾ ਲਾ ਕੇ ਸਭ ਤੋਂ ਪਹਿਲਾਂ ਮਾਨਵਵਾਦ ਦੀ ਨੀਂਹ ਰੱਖੀ। ਉਹਨਾਂ ਨੇ ਜਨ ਸੁਧਾਰਨ ਨੂੰ ਆਪਣਾ ਜੀਵਨ ਮਾਨਵਵਾਦੀ ਵਿਚਾਰਧਾਰਾ ਦੇ ਅਨੁਰੂਪ ਢਾਲਣ ਦੀ ਪ੍ਰੇਰਨਾ ਦਿੱਤੀ। ਉਹਨਾਂ ਦਾ ਸਮੁੱਚਾ ਜੀਵਨ ਮਾਨਵ ਪਿਆਰ ਤੇ ਮਾਨਵ ਉਸਾਰੀ ਲਈ ਸਮਰਪਿਤ ਸੀ। ਵਰਤਮਾਨ ਸਮੇਂ ਵਿੱਚ ਵਿਗਿਆਨ ਅਤੇ ਤਕਨੀਕੀ ਯੋਗਦਾਨ ਦੁਆਰਾ ਮਨੁੱਖ ਨੂੰ ਭੌਤਿਕ ਸੁਵਿਧਾਵਾਂ ਦੀ ਉਪਲਬਧੀ ਤਾਂ ਜ਼ਰੂਰ ਹੋਈ ਹੈ, ਪਰੰਤੂ ਅਧਿਆਤਮਿਕ ਤੇ ਨੈਤਿਕ ਬੇਰੁਖਤਾ ਕਾਰਨ ਮਾਨਸਿਕ ਤਣਾਅ ਵੀ ਵੱਧ ਰਿਹਾ ਹੈ। ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਪੈਦਾ ਹੋਈਆਂ ਨਵੀਆਂ ਕਦਰਾਂ ਕੀਮਤਾਂ ਤੇ ਇਹਨਾਂ ਦੇ ਨਕਾਰਾਤਮਕ ਪ੍ਰਭਾਵ ਤੋਂ ਨਿਜਾਤ ਦਿਵਾਉਣ ਲਈ ਗੁਰੂ ਸਾਹਿਬ ਦਾ ਸੰਦੇਸ਼ ਅੱਜ ਵੀ ਓਨਾ ਹੀ ਸਾਰਥਕ ਹੈ ਜਿੰਨਾ ਇਹ ਅੱਜ ਤੋਂ 6 ਸਦੀਆਂ ਪਹਿਲਾਂ ਸੀ। ਆਧੁਨਿਕ ਯੁੱਗ ਵਿੱਚ ਹਰ ਵਿਅਕਤੀ ਤਣਾਅ ਵਿੱਚ ਹੈ, ਚਾਰੇ ਪਾਸੇ ਆਪੋ ਧਾਪੀ ਹੈ। ਸਭ ਪ੍ਰਕਾਰ ਦੀਆਂ ਭੁੱਖਾਂ ਵਿਦਵਾਨ ਹਨ,
ਭਟਕ ਰਿਹਾ ਇਨਸਾਨ ਹਰ ਉਚਿਤ ਤੇ ਅਣਉਚਿਤ ਢੰਗ ਦੇ ਨਾਲ ਆਪਣੇ ਆਪ ਨੂੰ ਅਮੀਰ ਬਣਾਉਣ ਦੀ ਲਾਲਸਾ ਰੱਖਦਾ ਹੈ। ਮਨੁੱਖ ਸੱਚ ਤੋਂ ਭਟਕ ਕੇ ਪਦਾਰਥਕ ਸੁੱਖਾਂ ਅਤੇ ਇੰਦਰਿਆਵੀ ਭੁੱਖ ਤ੍ਰਿਸ਼ਨਾਵਾਂ ਦੇ ਮਕੜੀ ਜਾਲ ਵਿੱਚ ਕੈਦ ਹੋ ਕੇ ਰਹਿ ਗਿਆ। ਅੱਜ ਵੀ ਗੁਰੂ ਸਾਹਿਬ ਦੀ ਦਰਸਾਈ ਸਕਾਰਾਤਮਕ ਸੋਚ ਅਤੇ ਗਿਆਨ ਦੀ ਲੋਹ ਹੀ ਉਸ ਨੂੰ ਨਿਯੰਤਰਣ ਵਿੱਚ ਲਿਆ ਸਕਦੀ ਹੈ। ਅਜੋਕੇ ਇਨਸਾਨ ਲਈ ਗੁਰੂ ਨਾਨਕ ਦਾ ਸੰਦੇਸ਼ ਸਹਿਜ ਵਰਤਨ ਦਾ ਹੈ। ਉਹਨਾਂ ਨੇ ਬਾਣੀ ਵਿੱਚ ਸ਼ੁਭ ਆਚਰਣ, ਉਦਮੀ ਜੀਵਨ, ਸਾਊ ਸੁਭਾਅ, ਸਿਦਕ, ਸਵੈ ਕਾਬੂ, ਸ਼ੁਭ ਕਰਮ ਆਦਿ ਧਰਮ ਨਾਲ ਜੁੜੇ ਆਚਾਨਕ ਗੁਣਾਂ ਦਾ ਵਿਸ਼ਲੇਸ਼ਣ ਕਰਨ ਦੇ ਨਾਲ ਨਾਲ ਇਤਿਹਾਸਿਕ ਅਵਚੇਤਨ ਵੀ ਕੀਤਾ। ਪਾਪ ਪੁੰਨ, ਕਰਮ ਸਿਧਾਂਤ, ਆਤਮਾ ਪਰਮਾਤਮਾ ਨਾਲ ਜੁੜੇ ਵਸਤੂਨਿਸਟ ਮੀਨਸ ਆਬਜੈਕਟਿਵਿਟੀ ਵਿਚਾਰਧਾਰਕ ਅਵਚੇਤਨ ਨੂੰ ਪਛਾਣਨ ਉੱਤੇ ਜ਼ੋਰ ਦਿੱਤਾ। ਮਨੁੱਖ ਅੱਜ ਇਸ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੈ ਤੇ ਉਸ ਤੋਂ ਆਜ਼ਾਦ ਹੋਣ ਦਾ ਰਾਹ ਵੀ ਸੁਝਾਇਆ। ਸੁਰਤ ਸ਼ਬਦ ਭਉ ਸਾਗਰ ਤਰਿਆ, ਨਾਨਕ ਨਾਮ ਵਿਖਾਣੇ। ਅੱਜ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਤਾਂ ਅਸੀਂ ਸਿਰਫ ਉਹਨਾਂ ਦੀ ਯਾਦ ਵਿੱਚ ਸੈਮੀਨਾਰ ਕਰਕੇ ਜਾਂ ਧਾਰਮਿਕ ਸਮਾਗਮ ਜਾਂ ਗੋਸ਼ਟੀਆਂ ਕਰਕੇ ਹੀ ਉਹਨਾਂ ਦੀ ਯਾਦ ਨੂੰ ਸੱਚੀ ਸ਼ਰਧਾਂਜਲੀ ਜਾਂ ਸਮਰਪਣ ਨਹੀਂ ਦੇ ਸਕਦੇ। ਸਗੋਂ ਇਨ੍ਹਾਂ ਸੈਮੀਨਾਰ ਅਤੇ ਧਾਰਮਿਕ ਸਮਾਗਮਾਂ ਰਾਹੀਂ ਉਹਨਾਂ ਦੀ ਫਿਲਾਸਫੀ ਅਤੇ ਸਿੱਖਿਆ ਤੋਂ ਪ੍ਰੇਰਨਾ ਲੈ ਕੇ ਇੱਕ ਚੰਗੀ ਜੀਵਨ ਜਾਂਚ ਸਿੱਖ ਕੇ ਆਪਸੀ ਪ੍ਰੇਮ, ਪਿਆਰ, ਸਾਂਝੀਵਾਲਤਾ, ਇਮਾਨਦਾਰੀ, ਨੇਕੀ ਵਰਗੀਆਂ ਉੱਚ ਅਧਿਆਤਮਕ ਤੇ ਇਖਲਾਕੀ ਕਦਰਾਂ ਕੀਮਤਾਂ ਅਪਣਾ ਕੇ ਹੀ ਸਹੀ ਅਰਥਾਂ ਵਿੱਚ ਪ੍ਰਕਾਸ਼ ਉਤਸਵ ਮਨਾਉਣ ਦੇ ਹੱਕਦਾਰ ਹੋਵਾਂਗੇ ਅਤੇ ਜਿਸ ਦੇ ਫਲਸਰੂਪ ਅਸੀਂ ਇੱਕ ਆਦਰਸ਼ ਸਮਾਜ ਸਿਰਜ ਸਕਾਂਗੇ। ਗੁਰੂ ਨਾਨਕ ਦੇਵ ਜੀ ਦੇ ਜਾਤ ਪਾਤ, ਊਚ ਨੀਚ, ਛੂਆਛਾਤ, ਵਹਿਮ ਭਰਮ, ਨਸਲ ਤੇ ਵਰਗ ਵੰਡ ਤੋਂ ਮੁਕਤ ਸਮਾਜ ਵਿਵਸਥਾ ਦੀ ਪ੍ਰੋੜਤਾ ਕੀਤੀ, ਜਿਸ ਵਿੱਚ ਇਹਨਾਂ ਦਾ ਕੋਈ ਸਥਾਨ ਨਹੀਂ, ਜਿਸ ਵਿੱਚ ਗੁਲਾਮੀ, ਬੇਇਨਸਾਫੀ, ਅਤਿਆਚਾਰ, ਜ਼ੁਲਮ, ਆਰਥਕ ਲੁੱਟ-ਖਸੁੱਟ, ਸਮਾਜਿਕ ਵਿਤਕਰੇ ਤੇ ਸ਼ੋਸ਼ਣ ਦਾ ਕੋਈ ਸਥਾਨ ਨਹੀਂ। ਗੁਰੂ ਨਾਨਕ ਦਾ ਉਦੇਸ਼ ਇੱਕ ਐਸਾ ਸਮਾਜ ਜਾਂ ਭਾਈਚਾਰਾ ਸਿਰਜਣ ਜਾਂ ਸਥਾਪਿਤ ਕਰਨਾ ਸੀ ਜਿੱਥੇ ਸਮਾਜਿਕ ਸਮਾਨਤਾ, ਭਰਾਤਰੀ ਭਾਵ, ਪਰਉਪਕਾਰ, ਆਪਸੀ ਪ੍ਰੇਮ, ਨੇਕੀ, ਇਨਸਾਫ ਆਦਿ ਵਰਗੀਆਂ ਉੱਚ ਅਧਿਆਤਮਕ ਤੇ ਇਖਲਾਕੀ ਕਦਰਾਂ ਕੀਮਤਾਂ ਸ਼ਾਮਲ ਹੋਣ। ਆਧੁਨਿਕ ਯੁੱਗ ਵਿੱਚ ਨਾ ਬਰਾਬਰੀ, ਆਰਥਿਕ ਲੁੱਟ-ਖਸੁੱਟ ਤੇ ਵਿਤਕਰੇ ਵਰਗੀਆਂ ਬੁਰਾਈਆਂ ਪ੍ਰਚਲਿਤ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਸਿਧਾਂਤਾਂ ਉੱਤੇ ਚੱਲਦਿਆਂ, ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲਦਿਆਂ ਹੀ ਖਤਮ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਦਾ ਸੰਦੇਸ਼ ਸਾਰੇ ਵਿਸ਼ਵ ਦੇ ਲੋਕਾਂ ਲਈ ਸਾਂਝਾ। ਉਹਨਾਂ ਦੁਆਰਾ ਸਥਾਪਿਤ ਕੀਤੀਆਂ ਦੇ ਇੰਸਟੀਚਿਊਟ ਇਸ ਗੱਲ ਦੇ ਵਿੱਚ ਸੱਚਾਈ ਹੈ ਕਿ ਇਸ ਜਗਤ ਵਿੱਚ ਕਈ ਹਿੱਸਿਆਂ ਦੇ ਵਿੱਚ ਅੱਜ ਵੀ ਵਰਗ-ਵੰਡ, ਆਰਥਿਕ ਤੇ ਸਮਾਜਿਕ ਤੌਰ ਤੇ ਪਛੜੇ ਹੋਏ ਵਿਅਕਤੀ, ਅਖੌਤੀ ਨੀਵੀਂ ਜਾਤੀਆਂ ਤੇ ਕਬੀਲਿਆਂ ਦੇ ਲੋਕ ਅੱਜ ਵੀ ਅਸਮਾਨਤਾ ਦਾ ਸ਼ਿਕਾਰ ਹਨ। ਪਰ ਸਾਨੂੰ ਜ਼ਰੂਰਤ ਹੈ ਗੁਰੂ ਸਾਹਿਬ ਦੇ ਉਦੇਸ਼ ਨੂੰ ਸਮਝਣ ਦੀ, ਉਹਨਾਂ ਦੀ ਸਿੱਖਿਆ ਨੂੰ ਸਮਝਣ ਦੀ ਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ। ਗੁਰੂ ਸਾਹਿਬ ਆਪ ਸਮਾਜਿਕ ਅਤੇ ਆਰਥਿਕ ਨਾ ਬਰਾਬਰੀ ਜਿਹੜੀ ਪੂਰੇ ਵਿਸ਼ਵ ਲਈ ਚੁਣੌਤੀ ਬਣੀ ਹੋਈ ਆ, ਉਸ ਚੁਣੌਤੀ ਨੂੰ ਦੇ ਬਾਰੇ ਤੇ ਉਹਨਾਂ ਅਖੌਤੀ ਜਾਤਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਬਾਰੇ ਕਹਿੰਦੇ ਹਨ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਪੂਰਾ ਕਪਲੇਟ ਮੈਂ ਨਹੀਂ ਪੜ੍ਹਦਾ। ਅਜੋਕੇ ਸਮੇਂ ਵਿੱਚ ਦਬੇ ਕੁਚਲੇ ਲੋਕਾਂ ਨੂੰ ਨਿਆਂ ਦਿਵਾਉਣਾ, ਉਹਨਾਂ ਦੇ ਜੀਵਨ ਪੱਧਰ ਨੂੰ ਆਰਥਿਕ ਤੌਰ ਤੇ ਸੁਧਾਰਨਾ ਅਤੇ ਸਮਾਜ ਵਿੱਚ ਸਹੀ ਤੇ ਯੋਗ ਸਾਥ ਦਿਵਾਉਣ ਦਾ ਯਤਨ ਕਰਨ ਦੀ ਲੋੜ ਹੈ ਤੇ ਇਸ ਉਦੇਸ਼ ਲਈ ਗੁਰੂ ਸਾਹਿਬ ਹਮੇਸ਼ਾ ਹੀ ਸਾਡੀ ਪ੍ਰੇਰਨਾ ਸਰੋਤ ਨੇ। ਅਜੋਕੇ ਸਮੇਂ ਵਿੱਚ ਜਾਂ ਆਧੁਨਿਕ ਸਮੇਂ ਵਿੱਚ ਸਮਾਜ ਦੀ ਪਛਾਣ ਉਸ ਦੇ ਆਰਥਿਕ ਪੱਧਰ ਨੂੰ ਵੇਖ ਕੇ ਕੀਤੀ ਜਾ ਸਕਦੀ ਹੈ, ਕਿਉਂਕਿ ਅੱਜ ਸਮਾਜਿਕ ਕਦਰਾਂ ਕੀਮਤਾਂ ਨੂੰ ਢਾਹ ਲੱਗ ਰਹੀ ਹੈ। ਸਰਮਾਏਦਾਰੀ ਤੇ ਪੂੰਜੀਵਾਦੀ ਦਾ ਬੋਲਬਾਲਾ ਹੈ। ਗੁਰੂ ਨਾਨਕ ਸਾਹਿਬ ਆਪਣੀ ਬਾਣੀ ਰਾਹੀਂ ਮਨੁੱਖ ਨੂੰ ਸੁਚੇਤ ਕਰਦੇ ਹਨ ਕਿ ਕਿਸੇ ਦੂਸਰੇ ਦਾ ਹੱਕ ਮਾਰ ਕੇ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਨਾਲ ਪ੍ਰਾਪਤ ਕੀਤੇ ਧਨ ਨਾਲ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ, ਜੋ ਕਿ ਮਨੁੱਖ ਨੂੰ ਸੱਚੀ ਸੁੱਚੀ ਕਿਰਤ ਕਮਾਈ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਧਨ ਦੀ ਲੋੜ ਹੈ, ਪਰ ਇਹ ਧਨ ਮਿਹਨਤ ਦੀ ਕਮਾਈ ਨਾਲ ਕਮਾਇਆ ਹੋਣਾ ਚਾਹੀਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਦੂਸਰਿਆਂ ਦਾ ਹੱਕ ਮਾਰਨ ਦੀ ਨਿਖੇਧੀ ਕੀਤੀ। ਮਨੁੱਖ ਗੁਰੂ ਸਾਹਿਬ ਦੇ ਸਮੇਂ ਵਿੱਚ ਵੀ ਤੇ ਅੱਜ ਵੀ ਦੂਸਰਿਆਂ ਦਾ ਹੱਕ ਖੋਹਣ ਦੀ ਤਾਕ ਵਿੱਚ ਲੱਗਿਆ ਹੋਇਆ। ਗਰੀਬ ਨੂੰ ਅਮੀਰ, ਕਮਜ਼ੋਰ ਨੂੰ ਤਾਕਤਵਰ, ਛੋਟੇ ਵਾਰੀ ਨੂੰ ਵੱਡਾ ਵਪਾਰੀ, ਛੋਟੇ ਅਤੇ ਕਮਜ਼ੋਰ ਦੇਸ਼ ਨੂੰ ਵੱਡਾ ਅਤੇ ਤਾਕਤਵਰ ਦੇਸ਼ ਲੁੱਟਣ ਵਿੱਚ ਲੱਗਿਆ ਹੋਇਆ। ਤੇ ਗੁਰੂ ਸਾਹਿਬ ਨੇ ਪਰਾਇਆ ਧਨ ਖਾਣ ਤੋਂ ਵਰਜਿਆ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਜਿੱਥੇ ਗੁਰੂ ਸਾਹਿਬ ਨੇ ਪਰਾਇਆ ਧਨ, ਪਰਾਇਆ ਹੱਕ ਮਾਰਨ ਦੀ ਨਿਖੇਧੀ ਕੀਤੀ, ਉੱਥੇ ਜੀਵ ਨੂੰ ਕਿਰਤ ਕਮਾਈ ਕਰਕੇ ਜੀਵਨ ਜੀਣ ਦੀ ਪ੍ਰੇਰਨਾ ਵੀ ਦਿੱਤੀ। ਗੁਰੂ ਸਾਹਿਬ ਨੇ ਸੱਚੀ ਸੁੱਚੀ ਕਿਰਤ ਨੂੰ ਉੱਤਮ ਕਾਰਜ ਦੱਸਿਆ। ਕਿਰਤ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਵਿਅਕਤੀਗਤ ਤੌਰ ਦੇ ਉੱਤੇ ਆਪ ਆਪਣੀ ਉਦਾਹਰਨ ਦਿੱਤੀ। ਉਦਾਸੀ ਭੇਖ ਉਤਾਰਨ ਤੋਂ ਬਾਅਦ ਕਰਤਾਰਪੁਰ ਸਾਹਿਬ ਵਿੱਚ ਹੱਥੀਂ ਕਿਰਤ ਕੀਤੀ, ਖੇਤੀ ਕੀਤੀ। ਗੁਰੂ ਸਾਹਿਬ ਨੇ ਦੂਸਰਿਆਂ ਉੱਪਰ ਨਿਰਭਰ ਰਹਿਣ ਵਾਲਿਆਂ ਅਤੇ ਮੰਗਲ ਵਾਲਿਆਂ ਨੂੰ ਕਿਰਤ ਕਮਾਈ ਦੀ ਸਲਾਹ ਦਿੱਤੀ। ਅੱਜ ਅਸੀਂ ਜਾ ਕਿੱਧਰ ਰਹੇ ਹਾਂ? ਅੱਜ ਸਾਨੂੰ ਹੱਥੀਂ ਕਿਰਤ ਕਰਨ ਸ਼ਰਮ ਆ ਰਹੀ ਹੈ। ਅੱਜ ਸਾਨੂੰ ਆਪਣੇ ਘਰ ਦਾ ਕੰਮ ਕਰਨ ਦੇ ਵਿੱਚ ਸ਼ਰਮ ਆ ਰਹੀ ਹੈ। ਅੱਜ ਅਸੀਂ ਪਾਣੀ ਦਾ ਗਲਾਸ ਵੀ ਸੋਚਦੇ ਕਿ ਸਾਨੂੰ ਦੂਸਰਾ ਫੜਾ ਜੇ। ਅੱਜ ਜੇ ਵਾਹੀ ਕਰਨੀ ਹੈ ਤਾਂ ਟਰੈਕਟਰ ਤੇ ਬਹਿ ਕੇ ਸਾਨੂੰ ਬੈਠਣ ਦੀ ਸ਼ਰਮ ਆ ਰਹੀ ਹੈ। ਤੇ ਇਹ ਸਮਾਜ ਦਾ ਨਿਗਾਰ ਹੋ ਰਿਹਾ। ਗੁਰੂ ਸਾਹਿਬ ਨੇ ਮਨੁੱਖ ਨੂੰ ਕਿਰਤ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁਲਾ ਕਰੇ ਮਸੀਤ। ਗੁਰੂ ਨਾਨਕ ਸਾਹਿਬ ਨੇ ਸੱਚੀ ਸੁੱਚੀ ਕਿਰਤ ਕਰਨ ਦਾ ਸੰਦੇਸ਼ ਦੇ ਕੇ ਮਨੁੱਖ ਨੂੰ ਸਰਬ ਸਾਂਝੀਵਾਲਤਾ ਦੇ ਸੂਤਰ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ। ਸਭੇ ਸਾਂਝੀਵਾਲ ਸਦਾਈਨ, ਤੂੰ ਕਿਸੇ ਨਾ ਦਿਸੇ ਬਹਾਰਾ ਜੀਓ। ਗੁਰੂ ਸਾਹਿਬ ਅਨੁਸਾਰ ਮਨੁੱਖ ਨੂੰ ਪਰਮਾਤਮਾ ਦੀ ਰਚਾਈ ਕਾਇਨਾਤ ਵਿੱਚੋਂ ਸਭ ਤੋਂ ਉੱਤਮ ਜੀਵ ਜਿਹੜਾ ਮੰਨਿਆ ਗਿਆ। ਇਸ ਲਈ ਜੇ ਉਹ ਮਾਇਆਵਸ ਹੋ ਕੇ ਆਪਣੇ ਮਨ ਨੂੰ ਚਲਾਉਂਦਾ ਹੈ ਤਾਂ ਉਸ ਦਾ ਲੇਖਾ ਪਸ਼ੂ ਵਿਰਤੀ ਵਾਲਾ ਹੋ ਜਾਂਦਾ ਹੈ। ਪਰੰਤੂ ਜੋ ਮਨੁੱਖ ਆਪਣੀ ਇੰਦਰੀਆਂ ਨੂੰ ਕਾਬੂ ਕਰ ਲੈਂਦਾ ਹੈ ਤਾਂ ਆਤਮਾ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ। ਇਸ ਲਈ ਸਮੁੱਚੇ ਸੰਸਾਰ ਨੂੰ ਨਿਭਣ ਲਈ ਮਨ ਉੱਤੇ ਜਿੱਤ ਪ੍ਰਾਪਤ ਕਰਨਾ ਹੈ। ਆਏ ਪੰਥੀ ਸਗਲ ਜਮਾਤੀ ਮਨ ਜਿੱਤੇ ਜਗ ਜੀਤ। ਗੁਰੂ ਨਾਨਕ ਨੇ ਮਨੁੱਖ ਨੂੰ ਸਮਾਜ ਵਿੱਚ ਵਿਚਰਦਿਆਂ ਹੋਇਆਂ ਲੋਭ ਲਾਲਚ ਤਿਆਗਣ ਲਈ ਕਹਿੰਦੇ ਨੇ। ਉਹ ਮਨੁੱਖ ਨੂੰ ਸੁਚੇਤ ਕਰਦੇ ਨੇ ਕਿ ਇਸ ਝੂਠ, ਲੋਭ ਲਾਲਚ ਅਤੇ ਜੀਵ ਨੂੰ ਬਹੁਤ ਦੁੱਖ ਸਹਿਣੇ ਪੈਂਦੇ ਨੇ। ਵਿਸ਼ਵ ਪੱਧਰ ਦਾ ਇਹ ਦੁਖਾਂਤ ਹੈ ਕਿ ਉਹ ਸੁਚੇਤ ਹੁੰਦਾ ਹੋਇਆ ਵੀ ਅਚੇਤ ਬਣ ਕੇ ਗਲਤੀਆਂ ਕਰਦਾ ਆ ਰਿਹਾ ਹੈ। ਲੋਭਵਸ ਹੋਇਆ ਸਮਾਜ ਅਸਮਾਜਿਕ ਗਤੀਵਿਧੀਆਂ ਕਰਨ ਲਈ ਤਿਆਰ ਹੁੰਦਾ ਹੈ। ਹਉਮੈਵਸ ਦੂਸਰਿਆਂ ਨਾਲ ਵੈਰ ਵਿਰੋਧ ਕਰਦਾ ਹੈ। ਅਜੋਕੇ ਸਮੇਂ ਵਿੱਚ ਸੰਸਾਰ ਦੀਆਂ ਕੌਮਾਂ ਵਿਚਕਾਰ ਆਪਸੀ ਦੁਸ਼ਮਣੀ ਅਤੇ ਵੱਖ-ਵੱਖ ਧਰਮਾਂ ਟਕਰਾਅ ਆਪਸੀ ਨਾਸਮਝੀ ਦੀ ਉਪਜ ਹੈ। ਗੁਰੂ ਸਾਹਿਬ ਨੇ ਆਪਸੀ ਸਾਂਝ ਵਧਾਉਣ ਲਈ ਅੰਤਰ ਧਾਰਮਿਕ ਸੰਵਾਦ ਦੇ ਨਾਲ ਹਉਮੈ ਨੂੰ ਮਾਰਨ ਦਾ ਰਸਤਾ ਵੀ ਦੱਸਿਆ। ਉਹਨਾਂ ਨੇ ਸਭ ਲਈ ਸਾਂਝਾ ਸੰਦੇਸ਼ ਦਿੱਤਾ। ਸਭ ਜੀਵਾਂ ਦਾ ਜਨਮਦਾਤਾ ਇੱਕੋ ਹੈ। ਜਿਹੜਾ ਮਨੁੱਖ ਆਪਣੀ ਹੋਂਦ ਦੇ ਇਸ ਸੱਚ ਨੂੰ ਸਮਝ ਲੈਂਦਾ ਹੈ ਉਹ ਹਉਮੈ ਤੇ ਕਾਬੂ ਪਾ ਸਕਦਾ ਹੈ ਅਤੇ ਸੱਚੀ ਕਿਰਤ ਅਤੇ ਰਹਿਤ ਨਾਲ ਜੀਵਨ ਸੁਖ ਪ੍ਰਾਪਤ ਕਰ ਸਕਦਾ ਹੈ। ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹਉਮੈ ਮਾਰ। ਜੀਵਨ ਮੁਕਤ ਦਾ ਸ਼ਬਦ ਸੁਣਾਏ, ਸੱਚੀ ਰਹਿਤ ਸੱਚਾ ਸੁਖ ਪਾਏ। ਮੈਂ ਕੁਝ ਗੱਲਾਂ ਸਕਿਪ ਕਰਦਾ। ਅੱਜ ਵੀ ਜਦੋਂ ਇੱਕ ਗਰੀਬ ਮੁਲਕ ਦੇ ਉੱਤੇ ਇੱਕ ਅਮੀਰ ਮੁਲਕ, ਇੱਕ ਅਮੀਰ ਤੇ ਇੱਕ ਅਮੀਰ ਵਿਅਕਤੀ ਇੱਕ ਗਰੀਬ ਨੂੰ, ਇੱਕ ਸ਼ਕਤੀਵਾਨ ਇੱਕ ਆਮ ਵਿਅਕਤੀ ਨੂੰ ਲਤਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਦਾ ਸੰਦੇਸ਼ ਸਾਮਰਾਜੀ ਰੁਚੀਆਂ ਅਤੇ ਆਰਥਿਕ ਨਾ ਬਰਾਬਰੀ ਦਾ ਵਿਰੋਧ ਕਰਦਾ ਹੈ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਏ, ਸਕਤਾ ਸੀ ਮਾਰੇ ਪੈ ਵਕ ਖਸਮੈ ਸਾਪੁਰਸਾਏ। ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦਾ ਸਤਿਕਾਰ ਕੀਤਾ। ਉਹਨਾਂ ਦਾ ਰੁਤਬਾ ਬਹੁਤ ਉੱਚਾ ਚੱਕਿਆ। ਸੋ ਕਿਉ ਮੰਦਾ ਆਖੇ ਚਿਤ ਜੰਮੇ ਰਜਾਨ, ਮਾਤਾ ਧਰਤ ਮਹਤ। ਪਰ ਅੱਜ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ? ਕੀ ਅੱਜ ਆਧੁਨਿਕ ਸਮੇਂ ਦੇ ਵਿੱਚ ਇਸਤਰੀ ਨਾਲ ਹੋ ਰਹੇ ਵਿਤਕਰੇ ਅਤੇ ਅਪਰਾਧ ਵਿੱਚ ਕੋਈ ਕਮੀ ਹੋਈ? ਅੱਜ ਵੀ ਔਰਤ ਬਾਹਰ ਕੰਮਕਾਰ ਦੀ ਥਾਂ ਤੇ ਜਾਂ ਸਫ਼ਰ ਦੌਰਾਨ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਇੱਕ ਹੋਰ ਐਪ ਚੱਲ ਪਈ ਮੀ ਟੂ। ਹਰ ਰੋਜ਼ ਅਨੇਕ ਔਰਤਾਂ ਬੇਪਤੀ, ਬਦਸਲੂਕੀ ਅਤੇ ਘਰੋਗੀ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਔਰਤ ਨੂੰ ਮਾਤਾ ਧਰਤ ਮਤ ਕਹਿ ਕੇ ਉਸ ਦਾ ਸਤਿਕਾਰ ਕੀਤਾ। ਆਧੁਨਿਕ ਸਮੇਂ ਵਿੱਚ ਮਨੁੱਖ ਨੂੰ ਇਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਅੱਜ ਦਾ ਮਨੁੱਖ ਪੱਛਮੀ ਸਮਾਜ ਦੀ ਨਕਲ ਕਰਦਿਆਂ ਬਿਨਾਂ ਵਿਆਹ ਕੀਤੇ ਬੱਚੇ ਪੈਦਾ ਕਰਨ,
बिना विआह किते इकट्ठे रहना, लिविंग रिलेशनशिप, तलाक आज चाहत ने विआह संस्था नूं तहश नहश करके रख दिता। अज हालात अजिहो जिहे बनते जा रहे हैं कि वड्डे शहरां विच समान लिंग भाव इस्त्री इस्त्री नाल, आदमी आदमी नाल संबंध स्थापित कर रहा है। इस तरह ਦੀਆਂ असमाजिक रुचियां कारण भयानक बीमारियां, एड्स वर्गियां भयानक बीमारियां फैल रही ने। अज मनुख पदार्थक सुखां विच नाल जुड़ियां प्राप्तियां कारण हौमे का शिकार है। गुरु साहब ने मनुख नूं दुनियावी वरज वपार करन दे नाल नाल सदगुण धारण करन प्रति भी सुचेत किया। वंश कर मकसूद लह मत पछतावे, औगण छोड़ गुण करे ऐसे तत् प्रभाव। अध्यात्मिकता द्वारा समुचे व्यक्ति का बदलाव उच्च आदर्शों की प्राप्ति और विशाल दृष्टिकोण का विकसित होना निश्चित है। यह रुचि हरेक धर्म का अजिहा वास्तविक पक्ष है जो मनुख की स्वै चेतना तो विस्मादी चेतना तक पहुँचने में सहयोगी सिद्ध होती है। मनुखी जीवन के सर्वपक्षी विकास, मानसिक संतुलन ਅਤੇ ਇਕਸੁਰਤਾ ਲਈ ਅਧਿਆਤਮਿਕ रुचि ਨੂੰ विकसित करना जरूरी है। इस ਲਈ ਗਿਆਨ ਦੀ ਪ੍ਰਾਪਤੀ ਹੋਣਾ ਜ਼ਰੂਰੀ ਹੈ। ਆਧੁਨਿਕ ਯੁੱਗ ਵਿੱਚ ਮਨੁੱਖੀ ਜੀਵਨ ਦੀਆਂ ਬਦਲ ਰਹੀਆਂ ਕਦਰਾਂ ਕੀਮਤਾਂ ਦੇ ਰੁਝਾਨ ਕਾਰਨ ਸਮਾਜ ਵਿੱਚ ਵੱਧ ਰਹੀਆਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਗੁਰੂ ਸਾਹਿਬ ਨੇ ਗਿਆਨ ਨੂੰ ਵਿਸ਼ੇਸ਼ ਮਹੱਤਵ ਦਿੱਤਾ। ਅਕਲੀ ਸਾਹਿਬ ਸੇਵੀਆ, ਅਕਲੀ ਪਾਇਆ ਮਾਨ। गुरु नानक ਲਈ ਸਭ ਧਰਮ ਬਰਾਬਰ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਉਹਨਾਂ ਵੱਲੋਂ ਕੀਤੀਆਂ ਉਦਾਸੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਪਤਾ ਚੱਲਦਾ ਕਿ ਉਹਨਾਂ ਦੇ ਜੀਵਨ ਅਤੇ ਚਿੰਤਨ ਦਾ ਵਿਲੱਖਣ ਪਹਿਲੂ ਇਹ ਹੈ ਕਿ ਉਹਨਾਂ ਨੇ ਧਰਮ ਵਿੱਚ ਵਖਰੇਵੇਂ ਨਹੀਂ ਲੱਭੇ, ਸਗੋਂ ਜਿੱਥੇ ਵੀ ਗਏ ਉਹਨਾਂ ਨੇ ਧਰਮ ਦੇ ਤੱਤ ਦਾ ਪ੍ਰਚਾਰ ਕੀਤਾ। ਗੁਰੂ ਸਾਹਿਬ ਨੇ ਅੰਤਰ ਸੰਵਾਦ ਜਿਹੜਾ ਸੀ ਉਹ ਸ਼ੁਰੂ ਕੀਤਾ, पर अज असी संवाद तो बहुत परे चले गए। अज हौमे च ग्रस्त हो गए। अजोके समय दे विच संसार पद्धर ते विश्व कॉन्फ्रेंस सैमीनार्स हो रहे हैं, गोष्ठियां हो रही ने, ते कोशिश ये की जा रही है कि कोई सांझी प्रार्थना लभी जाए, प्रेरणा लभी जाए, तां जो विश्व दे विच लोकां नूं अपने नाल जोड़िया जाए, एक सांझी वालता कायम की जाए। तो जे असीं इस नूं ध्यान नाल देखीए गुरु नानक बाणी नूं, तो गुरु नानक ने कुदरत की आरती गा के सानू अपने आप दे विच ही एक प्रेयर दे दी है। कैसी आरती हुई पावखंडा तेरी आरती, इस तो उपर होर की चाहिए। पंजाब 2 मिनट पंजाब विच 1984 के दंगे जिउंदी जागदी उदाहरण ने। मनुख इस खूनी साके तो भी नहीं समझा। अज दे समय विच धार्मिक ग्रंथां नूं नुकसान पहुंचाया जा रहा, चाहे वह सिखां दा पवित्र धर्म ग्रंथ श्री गुरु ग्रंथ साहब है, चाहे दूसरे धर्मां दे ग्रंथ, परंतु इस नाल तंग दिल लोग मजहबी फसाद करवा के समाज विच अराजकता फैला के अपना मंतव प्राप्त करना चाहते हैं। गुरु साहब अजिहे धार्मिक वरतारे के सख्त विरोधी सन। वो धार्मिक आज़ादी और भारत विच बहुविधि धार्मिक व्यवस्था के हिमाती सन। गुरु नानक देव जी व्यक्तिगत सुतंत्रता के हामी सन, परंतु व्यक्तिगत सुतंत्रता का मतलब ये नहीं कि वह दूसरे धर्म की सुतंत्रता भंग करन। गुरु साहब भाईचारे की सिक्ख्या दिंदे हैं, परंतु वर्तमान समय में मनुख फिरका प्रस्ती समाज विरोधी गतिविधियों में फसिया होया। लास्ट अज मनुख ते खास तौर साडी नवीं पीढ़ी सिख धर्म के सिद्धांतां, फिलोसफी और सभ्याचार तो उसनूं जाणू कराउणा बहुत जरूरी है। नो डाउट अज साडे गीत साडे सभ्याचार नूं भंग कर रहे हैं। गाना कुछ चल रहा लेकिन उहदे पीछे कुछ होर चल रहा है। साडा सभ्याचार जिहड़ा है उस दी दिख जिहड़ी हैगी उसनूं खत्म करने की कोशिश की जा रही है। तो गुरु नानक बाणी जिहड़ी है, तो जे असीं अपने उस सभ्याचार नूं साਂਭ के रख लिया तो यह ही जिहड़ी वड्डी चुनौती जिहड़ी हैगी आ साडे सामने गुरु नानक दी बाणी तो सिक्ख्या लैके असीं इस चुनौती ते पूरे उतर सकते हैं। धन्नवाद, बहुत बहुत शुक्रिया। वाहिगुरू जी का खालसा, वाहिगुरू जी की